ਆਟਾ ਗੁੰਨ ਕੇ ਰੱਖਣਾ ਸਹੀ ਹੈ ਜਾਂ ਨਹੀਂ? ਜਿਹੜਾ ਆਟਾ ਜਦੋਂ ਗੁੰਨ ਕੇ ਰੱਖੀਦਾ ਕਈ ਵਾਰੀ ਥੋੜ੍ਹੀ ਜਿਹੀ ਉਹਦੇ 'ਚ ਫਰਮੈਂਟੇਸ਼ਨ ਹੋ ਜਾਂਦੀ ਹੈ। ਓਵਰਆਲ ਜਿਹੜੇ ਫਰਮੈਂਟਡ ਫੂਡਸ ਨੇ ਉਹ ਚੰਗੇ ਹੁੰਦੇ ਆ। ਫਿਰ ਯਾਦਦਾਸ਼ਤ ਲਈ ਖਾਣਾ ਕੀ ਚਾਹੀਦਾ ਜੀ? ਮੈਨੂੰ ਵੈਸੇ ਮੇਰੇ ਦੋਸਤ ਜਿਹੜੇ ਆਪਣਾ ਸੈਗਮੈਂਟਸ ਆਉਂਦਾ ਨਾ, ਉਹ ਕਹਿੰਦੇ ਜਿਹੜਾ ਤੁਹਾਡਾ ਸਵੇਰ ਵਾਲਾ ਸ਼ੋਅ ਆ ਨਾ, ਇਹ ਰੋਟੀ ਬੰਦ ਕਰਾਉਣ ਵਾਲਾ ਸ਼ੋਅ ਬਣ ਗਿਆ। ਮੈਮਰੀ, ਕਨਸੈਂਟਰੇਸ਼ਨ ਇੱਕ ਮਸਲ ਵਾਂਗੂ ਆ। ਜੀ। ਸੋ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਮੇਰੀ ਯਾਦਦਾਸ਼ਤ ਬਹੁਤ ਮਾੜੀ ਹੈ ਜਾਂ ਮੇਰੇ ਤੇ ਦਿਮਾਗ 'ਚ ਹੀ ਕੋਈ ਨੁਕਸ ਆ। ਸੋਸ਼ਲ ਮੀਡੀਆ ਬ੍ਰੇਨ ਨੂੰ ਰੀਵਾਇਰ ਨੈਗੇਟਿਵਲੀ ਵੀ ਕਰ ਰਿਹਾ ਤੇ ਉਹ ਜ਼ਿਆਦਾ ਹੋ ਰਿਹਾ। ਪੰਜਾਬੀ 'ਚ ਵੀ ਇੱਕ ਕਹਾਵਤ ਹੈ ਨਾ ਵੀ ਇੱਕ ਤੇ ਇੱਕ ਕਈ ਵਾਰੀ 11 ਹੋ ਜਾਂਦੇ। ਜੀ ਜੀ। ਸੋ ਕੁਦਰਤ 'ਚ ਬੜਾ ਸਹੀ ਹੈ। ਅਕਸਰ ਦੇਖਿਆ ਜਾਂਦਾ ਕਿ ਕਈ ਵਾਰੀ ਜਿਹੜੇ ਆਪਣੇ ਆਪ 'ਚ ਸੋਚ ਕੇ ਪਲਾਂਟ ਬੇਸਡ ਖਾਂਦੇ ਨੇ, ਉਹਨਾਂ ਦੀ ਸਿਹਤ ਜ਼ਿਆਦਾ ਮਾੜੀ ਹੁੰਦੀ ਹੈ, ਕਿਉਂਕਿ ਉਹ ਜੰਕ ਫੂਡ ਜ਼ਿਆਦਾ ਖਾ ਰਹੇ ਹੁੰਦੇ ਆ ਸੋਚ ਕੇ ਕਿ ਇਹ ਤਾਂ ਪਲਾਂਟ ਬੇਸਡ ਆ। ਡਾਇਟ, ਐਨਵਾਇਰਨਮੈਂਟ, ਮਾਹੌਲ, ਸਿਹਤ ਤੇ ਆਪਣੀ ਪਰਸਨਲ ਪ੍ਰੈਫਰੈਂਸ ਦੇ ਹਿਸਾਬ ਨਾਲ ਚੇਂਜ ਹੋ ਸਕਦੀ ਹੈ। ਡਾਕਟਰ ਸਾਹਿਬ, ਲਾਸਟ ਵੀਕ ਜਿਹੜੀ ਗੱਲਬਾਤ ਤੁਸੀਂ ਕਰ ਰਹੇ ਸੀ, ਉਦੋਂ ਗੱਲ ਸੀ ਬ੍ਰੇਨ ਫੌਗ ਬਾਰੇ। ਬੜੀ ਵਧੀਆ ਕਨਵਰਸੇਸ਼ਨ ਸੀ ਤੁਹਾਡੀ ਵਾਸੂ ਦੇ ਨਾਲ, ਅਤੇ ਸਾਰੀ ਗੱਲਬਾਤ ਮੈਂ ਸੁਣੀ। ਉਹ 'ਚ ਕਿੰਨੀਆਂ ਗੱਲਾਂ ਇਹੋ ਜਿਹੀਆਂ ਸੀ ਵੀ ਹਾਂ ਇੱਦਾਂ ਹੁੰਦਾ ਵੀ ਤੁਸੀਂ ਗੱਲ ਕਰਦੇ ਕਰਦੇ ਕਈ ਵਾਰੀ ਬੰਦਾ ਭੁੱਲ ਜਾਂਦਾ। ਕਈ ਵਾਰੀ ਤੁਸੀਂ ਕਿਸੇ ਵਿਅਕਤੀ ਨੂੰ ਮਿਲੋ, 2-3 ਜਣਿਆਂ ਨੂੰ ਮਿਲੇ, ਹੱਥ ਮਿਲਾਇਆ, ਤੁਸੀਂ ਆਪਣਾ ਨਾਮ ਦੱਸਿਆ, ਉਹਨੇ ਆਪਣਾ ਨਾਮ ਦੱਸਿਆ, ਅਤੇ 5 ਸਕਿੰਟਾਂ ਬਾਅਦ ਤੁਸੀਂ ਸੋਚਦੇ ਹੋ ਇਹਦਾ ਬੰਦੇ ਦਾ ਨਾਂ ਕੀ ਸੀ। ਬਿਲਕੁਲ ਇੱਦਾਂ ਦਾ ਵੀ ਹੋ ਜਾਇਆ ਕਰਦਾ। ਬਿਲਕੁਲ। ਸੋ ਇਹ ਸਾਰਾ ਕੁਝ ਉਹ ਬ੍ਰੇਨ ਫੌਗ ਵਾਲੀ ਗੱਲ ਹੀ ਆ, ਲੈਕ ਆਫ ਫੋਕਸ ਦੀ ਗੱਲ ਆ। ਲੈਕ ਆਫ ਫੋਕਸ, ਲੈਕ ਆਫ ਕਨਸੈਂਟਰੇਸ਼ਨ ਦੇ ਵਿੱਚ ਇਹ ਕਿਹਾ ਜਾਂਦਾ ਕਿ ਮੈਮਰੀ, ਕਨਸੈਂਟਰੇਸ਼ਨ ਇੱਕ ਮਸਲ ਵਾਂਗੂ ਆ। ਜਿਵੇਂ ਆਪਾਂ ਮਸਲ ਦੀ ਐਕਸਰਸਾਈਜ਼ ਕਰਦੇ ਹਾਂ ਉਹ ਬਿਹਤਰ ਹੋ ਜਾਂਦਾ। ਸੋ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਮੇਰੀ ਯਾਦਦਾਸ਼ਤ ਬਹੁਤ ਮਾੜੀ ਹੈ ਜਾਂ ਮੇਰੇ ਤੇ ਦਿਮਾਗ 'ਚ ਹੀ ਕੋਈ ਨੁਕਸ ਆ। ਉਹਦੀ ਪ੍ਰੈਕਟਿਸ ਨਾਲ ਉਹਨੂੰ ਰੀਟ੍ਰੇਨ ਕਰਕੇ ਨਿਊਰੋਪਲਾਸਟਿਸਿਟੀ ਜਿਹਨੂੰ ਕਹਿੰਦੇ ਆ ਕਿ ਬ੍ਰੇਨ ਰੀਵਾਇਰ ਹੋ ਜਾਂਦੇ ਆ, ਅਤੇ ਗਾਂਹ ਤੋਂ ਗਾਂਹ ਜਿਹੜੀ ਖੋਜ ਹੈ ਬਹੁਤ ਦੱਸ ਰਹੀ ਹੈ ਕਿ ਬੜੇ ਹੱਦ ਤੱਕ ਰੀਵਾਇਰ ਹੋ ਜਾਂਦੇ ਆ ਜੇ ਸਹੀ ਤਰੀਕੇ ਨਾਲ ਕੀਤੇ ਜਾਣ। ਪਰ ਉਹ ਨੈਗੇਟਿਵਲੀ ਵੀ ਟਰੂ ਆ ਜੀ। ਹੁਣ ਜਿਵੇਂ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਬੜਾ ਜ਼ਰੂਰੀ ਆ, ਉਹਦੇ ਜ਼ਰੀਏ ਹੀ ਆਪਾਂ ਕਨੈਕਟ ਹੁੰਦੇ ਹਾਂ ਸਾਰਿਆਂ ਦੇ ਨਾਲ, ਪਰ ਸੋਸ਼ਲ ਮੀਡੀਆ ਬ੍ਰੇਨ ਨੂੰ ਰੀਵਾਇਰ ਨੈਗੇਟਿਵਲੀ ਵੀ ਕਰ ਰਿਹਾ ਅਤੇ ਉਹ ਜ਼ਿਆਦਾ ਹੋ ਰਿਹਾ ਜੀ। ਸੋ ਇਹੋ ਜਿਹੀਆਂ ਚੀਜ਼ਾਂ ਤੋਂ ਸੁਚੇਤ ਹੋਣ ਦੀ ਬੜੀ ਲੋੜ ਆ ਕਿ ਸਹੀ ਤਰ੍ਹਾਂ ਦੀ ਵਾਇਰਿੰਗ ਚਾਹੁੰਦੇ ਅਸੀਂ, ਸ਼ਾਰਟ ਸਰਕਿਟਿੰਗ ਨਹੀਂ ਚਾਹੁੰਦੇ। ਬਿਲਕੁਲ ਬਿਲਕੁਲ। ਜਿਹੜੀ ਤੁਸੀਂ ਲਾਸਟ ਵੀਕ ਜਦੋਂ ਗੱਲ ਕਰ ਰਹੇ ਸੀ, ਸੋ ਜਦੋਂ ਤੱਕ ਜਿੰਨੇ ਕੁ ਸਮੇਂ ਨੇ ਉਦੋਂ ਇਜਾਜ਼ਤ ਦਿੱਤੀ ਸੀ, ਇਹ ਗੱਲ ਤੁਸੀਂ ਸਾਂਝੀ ਕੀਤੀ ਸੀ ਕਿ ਯਾਦਦਾਸ਼ਤ ਨੂੰ ਠੀਕ ਰੱਖਣ ਲਈ ਜਾਂ ਫਿਰ ਆਪਣਾ ਕਲੈਰਿਟੀ ਆਫ ਥਾਟ ਅਤੇ ਕਲੈਰਿਟੀ ਇਹਨੂੰ ਬਰਕਰਾਰ ਰੱਖਣ ਲਈ ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜੀ। ਹਾਂਜੀ। ਸੋ ਉਹਦੇ ਵਿੱਚ ਗੱਲ ਆਈ ਸੀ ਪ੍ਰੋਸੈਸਡ ਫੂਡਸ ਨੂੰ ਲੈ ਕੇ। ਬਿਲਕੁਲ। ਹੁਣ ਫਿਰ ਯਾਦਦਾਸ਼ਤ ਲਈ ਖਾਣਾ ਕੀ ਚਾਹੀਦਾ ਜੀ? ਸੋ ਪ੍ਰੋਸੈਸਡ ਫੂਡਸ ਵਰਸਿਸ ਹੋਲ ਫੂਡਸ ਜੇ ਗੱਲ ਕਰੀਏ, ਹਾਂਜੀ, ਅਤੇ ਸੋ ਉਹ ਤਾਂ ਗੱਲ ਹੋ ਗਈ ਵੀ ਕੀ ਨਾ ਖਾਓ, ਪਰ ਖਾਓ ਕੀ? ਬਿਲਕੁਲ। ਹਾਂਜੀ, ਮੈਨੂੰ ਵੈਸੇ ਮੇਰੇ ਦੋਸਤ ਜਿਹੜੇ ਆਪਣਾ ਸੈਗਮੈਂਟਸ ਆਉਂਦਾ ਨਾ, ਉਹ ਕਹਿੰਦੇ ਜਿਹੜਾ ਤੁਹਾਡਾ ਸਵੇਰ ਵਾਲਾ ਸ਼ੋਅ ਆ ਨਾ, ਇਹ ਰੋਟੀ ਬੰਦ ਕਰਾਉਣ ਵਾਲਾ ਸ਼ੋਅ ਬਣ ਗਿਆ। ਅਤੇ ਇਹ ਵੀ ਦੱਸੋ ਵੀ ਖਾਣਾ ਕੀ ਹੈ ਜੀ। ਸੋ ਇਹ ਬੜੀ ਆਮ ਕਨਫਿਊਜ਼ਨ ਆ ਕਿ ਹੋਲ ਫੂਡ ਹੁੰਦਾ ਕੀ ਆ। ਕਈ ਕਹਿਣਗੇ ਹੁਣ ਬਦਾਮ ਬਿਨਾਂ ਵਿੱਚੋਂ ਕੱਢੇ ਛਿੱਲਦੇ ਥੋੜ੍ਹਾ ਖਾ ਜਾਵਾਂਗੇ, ਉਹ ਹੋਲ ਫੂਡ ਕੀ ਹੈ। ਕਈ ਤਾਂ ਹੋਲ ਫੂਡ ਨੂੰ ਕਹਿੰਦੇ ਵੀ ਜਿੰਨਾ ਸਾਹਮਣੇ ਪਿਆ ਸਾਰਾ ਹੀ ਖਾ ਲਓ, ਸਾਰਾ ਹੀ ਖਾ ਜਾਓ। ਸੋ ਖਾਣ ਦੇ ਬੜੇ ਤਰੀਕੇ ਨੇ, ਅਤੇ ਖਾਣ ਦਾ ਕੋਈ ਵੀ ਇੱਕ ਡਾਇਟ ਐਸੀ ਨਹੀਂ ਹੈਗੀ ਜਿਹੜੀ ਯੂਨੀਵਰਸਲੀ ਸਾਰਿਆਂ ਲਈ ਟਰੂ ਆ। ਡਾਇਟ ਦੀਆਂ ਪਰਸਨਲ ਮੋਡੀਫਿਕੇਸ਼ਨਸ ਨੇ। ਹਰ ਸਰੀਰ, ਹਰ ਬੰਦਾ, ਅਤੇ ਸੇਮ ਬੰਦੇ ਦਾ ਸਰੀਰ ਵੱਖਰੇ ਵੱਖਰੇ ਸਮੇਂ 'ਤੇ ਡਿਫਰੈਂਟ ਤਰ੍ਹਾਂ ਬਿਹੇਵ ਕਰਦਾ। ਬਿਲਕੁਲ। ਸੋ ਥੋੜ੍ਹੀ ਮੋਡੀਫਿਕੇਸ਼ਨ, ਕੁਦਰਤ ਨੇ ਬਹੁਤ ਸਾਨੂੰ ਵੱਡਾ ਦਾਇਰਾ ਦਿੱਤਾ ਜਿਹਦੇ ਵਿੱਚ ਅਸੀਂ ਆਪਣੀਆਂ ਚੋਇਸਿਸ ਕਰ ਸਕਦੇ ਹਾਂ। ਸੋ ਹੋਲ ਫੂਡ ਜਦੋਂ ਕਹਿੰਦੇ ਆ, ਉਹਦਾ ਮਤਲਬ ਇਹ ਹੈ ਕਿ ਜੋ ਕੁਦਰਤੀ ਤੌਰ 'ਤੇ ਸੁਮੇਲ ਸੀਗਾ, ਜਿਵੇਂ ਸੇਬ ਹੈ। ਹਾਂਜੀ, ਸੇਬ ਦਾ ਤੁਸੀਂ ਵਿੱਚੋਂ ਕੋਰ ਬੀਜ ਕੱਢ ਲੈ, ਬਾਕੀ ਸਾਰੇ ਦਾ ਸਾਰਾ ਸੇਬ ਜੀ, ਉਹ ਹੋਲ ਫੂਡ ਆ। ਜੇ ਤੁਸੀਂ ਰੋਟੀ ਬਣਾ ਰਹੇ ਹੋ, ਸੋ ਕਣਕ ਲਈ ਕਣਕ ਦਾ ਆਟਾ ਬਣਾਇਆ ਜਾਂ ਉਹਨੂੰ ਸਪਰਾਊਟ ਕਰਕੇ ਉਹਦਾ ਆਟਾ ਬਣਾਇਆ, ਪਰ ਉਸ 'ਚੋਂ ਕੁਛ ਕੱਢਿਆ ਨਹੀਂ। ਉਹਦੇ 'ਚ ਜਿਹਨੂੰ ਕਹਿੰਦੇ ਛਾਣ ਬੂਰਾ ਉਹਦੇ ਵਿੱਚ ਹੀ ਆ, ਉਹਨੂੰ ਮੁੜ ਕੇ ਛਾਨਿਆ ਨਹੀਂ, ਉਹਦਾ ਫਾਈਬਰ ਸਾਰਾ ਕੁਛ ਉਹਦੇ ਵਿੱਚ ਆ। ਉਸ ਆਟੇ ਦੀ ਰੋਟੀ ਹੋਲ ਫੂਡ ਕੰਸੀਡਰ ਕੀਤੀ ਜਾਂਦੀ ਹੈ। ਕਿਉਂਕਿ ਕਈ ਲੋਕ ਇਹ ਸੋਚਦੇ ਨੇ ਨਾ ਵੀ ਜਦੋਂ ਆਟਾ ਪੀ ਲਿਆ, ਗੁੰਨ ਲਿਆ, ਉਹਨੂੰ ਵੇਲ ਕੇ ਰੋਟੀ ਬਣਾਈ ਤਵੇ 'ਤੇ ਰੱਖ ਕੇ, ਉਹ ਤਾਂ ਪ੍ਰੋਸੈਸਿੰਗ ਹੋ ਗਈ। ਬਿਲਕੁਲ। ਫਰੋਮ ਵੀਟ ਟੂ ਦਾ ਫੁਲਕਾ। ਬਿਲਕੁਲ, ਐਗਜ਼ੈਕਟਲੀ। ਸੋ ਜਿਹੜੀਆਂ ਤਾਂ ਫਰੂਟਸ ਅਤੇ ਵੈਜੀਟੇਬਲਸ ਨੇ ਜੀ, ਉਹ ਆਪਾਂ ਬਿਲਕੁਲ ਰॉ ਵੀ ਖਾ ਸਕਦੇ ਹਾਂ। ਰਾਈਟ। ਕੋਈ ਬਹੁਤ ਜ਼ਰੂਰੀ ਨਹੀਂ ਹੈ ਕਿ ਸਾਰਾ ਕੁਛ ਰॉ ਖਾਧਾ ਜਾਏ। ਕਈ ਚੀਜ਼ਾਂ ਕੁੱਕ ਕਰਕੇ ਬਿਹਤਰ ਨਿਊਟ੍ਰੀਸ਼ਨ ਦਿੰਦੀਆਂ ਨੇ। ਜਿਵੇਂ ਬਰੋਕਲੀ ਹੈ ਫੋਰ ਐਗਜ਼ਾਮਪਲ, ਕੱਚੀ ਖਾਣੀ ਵੀ ਬੜੀ ਵਧੀਆ, ਪਰ ਜਦੋਂ ਉਹਨੂੰ ਬੋਇਲ ਕੀਤਾ ਜਾਂਦਾ ਜਾਂ ਸਟੀਮ ਕੀਤਾ ਜਾਂਦਾ, ਉਹ ਹੋਰ ਜ਼ਿਆਦਾ ਵਧੀਆ ਹੋ ਜਾਂਦੀ ਹੈ, ਉਹ ਡਾਈਜੈਸਟ ਕਰਨੀ ਵਧੀਆ ਹੋ ਜਾਂਦੀ ਹੈ। ਸੋ ਜਿਹੜਾ ਹੋਲ ਫੂਡ ਆ, ਉਹਦੇ 'ਚ ਪਲਾਂਟ ਦੇ, ਉਸ ਫੂਡ ਦੇ, ਜਿਵੇਂ ਉਹ ਕੁਦਰਤ 'ਚੋਂ ਆਇਆ ਸੀ, ਸਾਰੇ ਇਨਗਰੀਡੀਐਂਟ, ਉਹਦੀ ਫੈਟ, ਉਹਦੇ ਕਾਰਬੋਹਾਈਡਰੇਟਸ, ਉਹਦੀ ਪ੍ਰੋਟੀਨ,
ਵਿਟਾਮਿਨ, ਮਿਨਰਲ ਤੇ ਹੋਰ ਸੈਂਕੜੇ ਹੀ ਤਰ੍ਹਾਂ ਦੇ ਨਿਊਟ੍ਰੀਐਂਟ ਜਿਹੜੇ ਉਹਨੂੰ ਰੰਗ ਦਿੰਦੇ ਨੇ, ਫਲੈਵੋਨੋਇਡਸ, ਪੋਲੀਫੇਨੋਲਸ, ਉਹਨਾਂ ਦੇ ਬੇਅੰਤ ਨਾਂ ਨੇ, ਹਜੇ ਹੋਰ ਡਿਸਕਵਰ ਹੋਈ ਜਾਂਦੇ ਆ, ਉਹ ਸਾਰੇ ਉਹਦੇ ਵਿੱਚ ਹੀ ਨੇ। ਪਰ ਜੇ ਆਪਾਂ ਇੱਕ ਚੀਜ਼ ਕੱਢ ਲਈ, ਜਿਵੇਂ ਗੰਨਾ ਲਿਆ, ਗੰਨੇ ਤੋਂ ਪਹਿਲਾਂ ਉਹਦਾ ਰਸ ਕੱਢਿਆ, ਫਿਰ ਉਹਨੂੰ ਕ੍ਰਿਸਟਲਾਈਜ਼ ਕਰਕੇ ਉਹਦੀ ਸ਼ੂਗਰ ਬਣਾਤੀ, ਉਹ ਪ੍ਰੋਸੈਸ ਹੋ ਗਿਆ। ਇਸੇ ਤਰ੍ਹਾਂ ਐਪਲ ਲਏ, ਐਪਲ ਦਾ ਜੂਸ ਬਣਾ ਲਿਆ। ਹੁਣ ਐਪਲ ਬੜੀ ਵਧੀਆ ਐਗਜ਼ਾਮਪਲ ਆ, ਜੇ ਇੱਕ ਤਾਂ ਸੇਬ ਹੋ ਗਿਆ, ਸੇਬ ਖਾ ਲਿਆ, ਇੱਕ ਤੁਸੀਂ ਐਪਲ ਸੌਸ ਬਣਾ ਰਹੀ, ਹਾਂਜੀ, ਐਪਲ ਸੌਸ ਦੇ ਵਿੱਚ ਵੀ ਸਾਰਾ ਐਪਲ ਯੂਜ਼ ਕਰ ਲਿਆ ਤੇ ਉਹਦੇ 'ਚ ਮਿੱਠਾ ਖੰਡ ਨਹੀਂ ਪਾਈ, ਉਹ ਜਿਹੜੀ ਫਰੂਟ ਦੀ ਮਿਠਾਸ ਸੀ ਉਹੀ ਵਰਤੀ ਜੀ, ਉਹ ਵੀ ਠੀਕ ਹੈ। ਉਹਨੂੰ ਐਜ਼ ਅ ਡਿਜ਼ਰਟ, ਉਹਨੂੰ ਆਪਣੀ ਬੇਕਿੰਗ 'ਚ ਯੂਜ਼ ਕਰਨਾ ਬੜਾ ਵਧੀਆ ਹੈ, ਗੁੱਡ ਆਲਟਰਨੇਟਿਵ। ਹੁਣ ਤੁਸੀਂ ਐਪਲ ਦੇ ਚਿਪਸ ਬਣਾ ਲੈ, ਚਿਪਸ ਦੇ ਵਿੱਚ ਤੁਸੀਂ ਹੋਰ 4 ਚੀਜ਼ਾਂ ਪਾਤੀਆਂ, ਉਹਨੂੰ ਸਟਾਰਚੀ ਕਰ ਲਿਆ, ਤੇਲ ਲਾਤਾ, ਕਈਆਂ ਨੇ ਲੂਣ ਵੀ ਲਾ ਲਿਆ ਨਾ, ਉਹ ਹੋਰ ਪ੍ਰੋਸੈਸ ਹੋ ਗਿਆ। ਸੋ ਹੋਲ ਫੂਡ ਜਦੋਂ ਸੋਚੀਦਾ ਤੇ ਉਹਦੇ 'ਚ ਕੁਦਰਤੀ, ਜਿਵੇਂ ਕਹਿੰਦੇ ਨਾ ਕਿ ਨਿਊਟ੍ਰੀਸ਼ਨ 'ਚ ਇੱਕ ਸੇਇੰਗ ਹੈ, ਹੋਲ ਇਜ਼ ਗ੍ਰੇਟਰ ਦੈਨ ਦਾ ਸਮ ਆਫ ਆਲ ਪਾਰਟਸ। ਜੇ ਆਪਾਂ ਕਹੀਏ ਕਿ ਇੰਨਾ ਹੀ ਮੈਂ ਵਿਟਾਮਿਨ A, B, C ਇਕੱਠਾ ਕਰਕੇ, ਆਇਰਨ ਕਰਕੇ ਤੇ ਇਹਨੂੰ ਮੈਂ ਸੇਬ ਬਣਾ ਲੈਣਾ ਸਾਰਾ ਕੁਝ ਲੈ ਕੇ, ਉਹ ਸੇਬ ਨਹੀਂ ਬਣਦਾ, ਉਹ ਨਹੀਂ ਬਣਨਾ। ਪੰਜਾਬੀ 'ਚ ਵੀ ਇੱਕ ਕਹਾਵਤ ਹੈ ਨਾ ਵੀ ਇੱਕ ਤੇ ਇੱਕ ਕਈ ਵਾਰੀ 11 ਹੋ ਜਾਂਦੇ। ਜੀ ਜੀ। ਸੋ ਕੁਦਰਤ 'ਚ ਬੜਾ ਸਹੀ ਹੈ, ਜਿਸ ਤਰ੍ਹਾਂ ਉਹ ਕੁਦਰਤੀ ਤੌਰ 'ਤੇ ਆਇਆ, ਉਹ ਹੋਲ ਫੂਡ ਆ। ਜੀ। ਅੱਛਾ, ਹੁਣ ਜਦੋਂ ਗੱਲ ਕਿਉਂਕਿ ਆਈ ਥਿੰਕ ਇਹਦਾ ਕਲੈਰਿਟੀ ਆਫ ਥਾਟ ਇੱਕ ਇਹਦੇ ਨਾਲ ਤਾਂ ਵੀ ਜੁੜਦੀ ਹੈ ਡਾਕਟਰ ਸਾਹਿਬ, ਕਈ ਵਾਰੀ ਜੇ ਤੁਹਾਡਾ ਖਾਇਆ ਹੋਇਆ ਫੂਡ ਤੁਹਾਨੂੰ ਮਾਫਕ ਨਹੀਂ ਬੈਠ ਰਿਹਾ, ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ, ਜਿਹੜੀ ਉਹ ਤੁਹਾਨੂੰ ਬੇਚੈਨੀ ਹੋਣੀ, ਜਿਹੜੀ ਤੁਹਾਨੂੰ ਉਸਨੇ ਇੱਕ ਟਰਬਲ ਕ੍ਰੀਏਟ ਕਰਨੀ ਉਸ ਖਾਧੀ ਹੋਈ ਮੀਲ ਨੇ, ਬਿਲਕੁਲ ਉਹਨੇ ਤੁਹਾਡਾ ਧਿਆਨ ਜ਼ਰੂਰ ਡਿਸਟਰੈਕਟ ਕਰਨਾ। ਬਿਲਕੁਲ। ਤੇ ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ, ਤੁਹਾਡਾ ਜਿੰਨਾ ਫੋਕਸ ਉਹ ਤੋਂ ਹਟਿਆ, ਤਾਂ ਹੀ ਉਹ ਬੰਦਾ ਫਿਰ ਸੋਚਦਾ ਕਿ ਯਾਰ ਮੇਰਾ ਜਿਹੜਾ ਥਾਟ ਪ੍ਰੋਸੈਸ ਹੈ, ਕੀ ਕਰ ਰਿਹਾ ਸੀ, ਕੀ ਕਰਨਾ ਸੀ, ਸੋਚ ਕੇ ਕੀ ਤੁਰੇ ਸੀ। ਕਿਉਂਕਿ ਸੋ ਮਚ ਆਫ ਯਰ ਮੈਂਟਲ ਕੈਪੈਸਿਟੀ ਔਰ ਯਰ ਫਿਜ਼ੀਕਲ ਕੈਪੈਸਿਟੀ ਸਮਟਾਈਮਸ ਉਹ ਦੂਜੀ ਚੀਜ਼ ਖਿੱਚ ਕੇ ਲੈ ਜਾਂਦੀ ਆ। ਬਿਲਕੁਲ ਵਿਜੇ, ਤੇ ਆਪਾਂ ਅੱਗੇ ਗੱਲ ਕੀਤੀ ਸੀ ਇੱਕ ਵਾਰੀ ਕਿ ਆਪਣੇ ਸਰੀਰ ਦੇ ਵਿੱਚ ਜਿਹੜਾ ਬੈਕਟੀਰੀਅਲ DNA ਆ, ਉਹ ਹਿਊਮਨ DNA ਨਾਲੋਂ ਜ਼ਿਆਦਾ। ਸਾਡੇ ਸਰੀਰ 'ਚ ਬੈਕਟੀਰੀਆ ਜ਼ਿਆਦਾ ਨੇ, ਸਪੈਸ਼ਲੀ ਗੱਟ ਦੇ ਵਿੱਚ। ਜਿਹੜਾ ਗੱਟ ਦਾ ਬੈਕਟੀਰੀਅਲ ਇਨਵਾਇਰਨਮੈਂਟ ਆ, ਜਿਹੜਾ ਮਾਈਕਰੋਬਾਇਓਮ ਜਿਹਨੂੰ ਕਹਿੰਦੇ ਆ, ਉਹ ਸਾਡੀ ਸਿਹਤ ਬਹੁਤ ਡਿਟਰਮਿਨ ਕਰਦਾ, ਤੇ ਸਾਡਾ ਮਾਈਂਡ ਵੀ, ਕਲੈਰਿਟੀ ਵੀ। ਬੜੇ ਸਾਰੇ ਹਾਰਮੋਨਸ ਨੇ ਜਿਹੜੇ ਮਾਈਂਡ ਵਾਸਤੇ ਜ਼ਰੂਰੀ ਆ, ਪਰ ਉਹਨਾਂ ਦੀ ਸ਼ੁਰੂਆਤ ਗੱਟ 'ਚੋਂ ਹੁੰਦੀ ਹੈ। ਸੋ ਜੋ ਵੀ ਆਪਾਂ ਖਾਂਦੇ ਹਾਂ, ਉਹ ਹਾਰਮੋਨਲ ਲੈਵਲ 'ਤੇ ਵੀ ਅਸਰ ਕਰਦਾ। ਇਨਸੂਲਿਨ ਸਪਾਈਕਸ, ਡੋਪਾਮਾਈਨ ਟ੍ਰਿਗਰ ਹੁੰਦੀ ਹੈ, ਸੈਰੋਟੋਨਿਨ ਰਿਲੀਜ਼ ਹੁੰਦੀ ਹੈ, ਉਹ ਸਾਰੀਆਂ ਚੀਜ਼ਾਂ ਮਾਈਂਡ ਨੂੰ ਇਫੈਕਟ ਕਰਦੀਆਂ ਨੇ, ਤੇ ਉਹਨਾਂ ਦਾ ਸੁਮੇਲ ਕਲੈਰਿਟੀ ਨੂੰ ਇਫੈਕਟ ਕਰਦਾ। ਤੇ ਉਹ ਜਦੋਂ ਚੱਲਦਾ ਹੀ ਰਵੇ, ਇੱਕ ਤੇ ਹੋ ਗਿਆ ਇੱਕ ਦਿਨ ਵੀਕਐਂਡ 'ਤੇ ਪਾਰਟੀ ਕੀਤੀ ਸੀ, ਬਾਕੀ 6 ਦਿਨ ਬੜਾ ਵਧੀਆ ਖਾਧਾ, ਪਰ ਇਹਨਾਂ ਦੇਸ਼ਾਂ ਦੇ ਵਿੱਚ ਪਾਰਟੀ ਖਤਮ ਹੀ ਨਹੀਂ ਹੁੰਦੀ। ਰੋਜ਼ ਪਾਰਟੀ ਹੁੰਦੀ ਹੈ, ਰੋਜ਼ ਪਾਰਟੀ ਵਾਲਾ ਮਾਹੌਲ ਹੁੰਦਾ। ਖਾਣੇ ਇੰਨੇ ਭਰਮਾਰ 'ਚ ਨੇ, ਬੇਸ਼ੁਮਾਰ ਤਰ੍ਹਾਂ ਦੇ ਖਾਣੇ ਨੇ ਕਿ ਉਹ ਕਦੇ ਸੋਚਣ ਦੀ ਲੋੜ ਹੀ ਨਹੀਂ ਪੈਂਦੀ। ਜੋ ਬਣਿਆ ਪਸੰਦ ਨਹੀਂ, ਆਰਡਰ ਕਰ ਲਓ, ਘਰ ਪਹੁੰਚ ਜਾਣਾ। ਬਿਲਕੁਲ, ਘਰ ਪਹੁੰਚ ਜਾਣਾ। ਅੱਛਾ, ਇਹ ਦੱਸਿਓ ਡਾਕਟਰ ਸਾਹਿਬ ਕਿ ਜਦੋਂ ਪ੍ਰੋਸੈਸਡ ਫੂਡ ਦੀ ਗੱਲ 'ਤੇ ਜੇ ਮੁੜ ਕੇ ਆਈਏ, ਕਿ ਹੁਣ ਪਲਾਂਟ ਬੇਸਡ ਪ੍ਰੋਟੀਨ ਪਾਊਡਰ ਆ, ਹਾਂਜੀ, ਜਾਂ ਫਿਰ ਸੋਏ ਪ੍ਰੋਟੀਨ ਆ, ਹਾਂਜੀ, ਕੀ ਇਹਨਾਂ ਦਾ ਸੇਵਨ ਫਿਰ ਠੀਕ ਨਹੀਂ ਹੈ ਜੀ? ਪ੍ਰੋਸੈਸਡ ਹੋ ਗਏ। ਬਿਲਕੁਲ ਵਿਜੇ, ਹੁਣ ਸੋਇਆਬੀਨ ਤੋਂ ਸ਼ੁਰੂ ਹੋਏ। ਇੱਕ ਤਾਂ ਸੋਇਆਬੀਨ ਨੂੰ ਵੈਸੇ ਖਾ ਲਿਆ, ਬੋਇਲ ਕਰਕੇ, ਉਹਦੀਆਂ ਸਬਜ਼ੀਆਂ, ਦਾਲ ਸਬਜ਼ੀ ਬਣਦੀ ਹੈ। ਸੋਇਆਬੀਨ ਨੂੰ ਫਰਮੈਂਟ ਕਰਕੇ ਉਹਦਾ ਟੈਂਪੇ ਬਣਾ ਲਿਆ। ਉਹਦੇ 'ਚ ਵੀ ਟੈਂਪੇ ਵੀ ਜਦੋਂ ਆਪਾਂ ਕੱਟਦੇ ਹਾਂ ਨਾ, ਕਈ ਵਾਰੀ ਤੁਹਾਨੂੰ ਬੀਨ ਨਜ਼ਰ ਆਉਂਦੇ ਨੇ। ਇੱਕ ਹੋ ਗਿਆ ਹੁਣ ਸੋਏ ਨੂੰ, ਪਹਿਲਾਂ ਤਾਂ ਉਹਦਾ ਤੇਲ ਕੱਢ ਲਿਆ, ਫਿਰ ਸੋਇਆਬੀਨ ਨੂੰ ਲੈ ਕੇ ਉਹਨੂੰ, ਉਹਦੀ ਜਿਹੜੀ ਸ਼ੈੱਲ ਆ ਉਹ ਰਿਮੂਵ ਕੀਤੀ, ਫਿਰ ਉਹਨੂੰ ਫਲੇਕਸ ਬਣਾਏ, ਫਲੇਕਸ ਬਣਾ ਕੇ ਫਿਰ ਉਹ 'ਚੋਂ ਆਇਲ ਕੱਢ ਲਿਆ। ਹੁਣ ਜੋ ਰਹਿ ਗਿਆ, ਉਹਦੇ 'ਚ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਰਹਿ ਗਈ, ਆਇਲ ਨਿਕਲ ਗਿਆ। ਹੁਣ ਉਹ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਨੂੰ ਵੀ ਸੈਪਰੇਟ ਕਰਤਾ, ਉਹਨੂੰ ਪਾਣੀ 'ਚ ਘੋਲ ਕੇ, ਕੈਮੀਕਲਸ ਯੂਜ਼ ਕਰਕੇ, ਸੈਂਟਰੀਫਿਊਗ ਕਰਕੇ। ਪੂਰੀ ਸਾਇੰਸ ਲੈਬ ਚਾਹੀਦੀ ਹੈ, ਇਹ ਸਾਰਾ ਕੁਝ ਰਸੋਈ 'ਚ ਨਹੀਂ ਹੋ ਸਕਦਾ, ਹੈ ਨਾ। ਉਹ ਤੁਸੀਂ ਕਾਰਬੋਹਾਈਡਰੇਟ ਵੀ ਸੈਪਰੇਟ ਕਰਤੇ, ਹੁਣ ਉਹਦੀ ਇਕੱਲੀ ਪ੍ਰੋਟੀਨ ਰਹਿ ਗਈ। ਹੁਣ ਜੇ ਆਪਾਂ ਸੋਚ ਕੇ ਦੇਖੀਏ ਤਾਂ ਉਹ ਸਾਰਾ ਪ੍ਰੋਸੈਸ ਹੀ ਬੜਾ ਗੈਰ ਕੁਦਰਤੀ ਲੱਗਦਾ ਜੀ, ਹੈ ਨਾ। ਪਹਿਲਾਂ ਤੇਲ ਕੱਢਿਆ, ਫਿਰ ਕਾਰਬੋਹਾਈਡਰੇਟ ਸੈਪਰੇਟ ਕੀਤੇ, ਇਕੱਲੀ ਪ੍ਰੋਟੀਨ ਛੱਡਦੀ, ਫਾਈਬਰ ਵੀ ਕੱਢਦਾ ਉਹਦੇ 'ਚੋਂ। ਸੋ ਜਿਹੜਾ ਸੋਏ ਪ੍ਰੋਟੀਨ ਬਣ ਜਾਂਦੀ ਆ, ਉਹ ਕਈ ਵਾਰੀ 90% ਪ੍ਰੋਟੀਨ ਹੁੰਦੀ ਹੈ, ਜਦ ਕਿ ਸੋਇਆਬੀਨ 'ਚ ਵੈਸੇ ਇੰਨੀ ਪ੍ਰੋਟੀਨ ਨਹੀਂ ਹੈ, ਉਹਦੀ ਪਰਸੈਂਟੇਜ ਘੱਟ ਆ ਜੀ। ਪਰ ਉਹਦਾ ਫਾਇਦਾ ਕੀ ਹੁੰਦਾ ਇੰਡਸਟਰੀ ਨੂੰ, ਕਿ ਲੋਕ ਮੀਟ ਖਾਣ ਦੇ ਆਦੀ ਨੇ, ਬਰਗਰਸ ਖਾਣ ਦੇ ਆਦੀ ਨੇ, ਫਾਸਟ ਫੂਡ ਵਧੀਆ ਲੱਗਦਾ,
ਉਹ ਕਹਿੰਦੇ ਅਸੀਂ ਤੁਹਾਨੂੰ ਇਹਦਾ ਪਲਾਂਟ ਬੇਸਡ ਆਲਟਰਨੇਟਿਵ ਦੇ ਦਿੰਦੇ ਹਾਂ। ਪਰ ਇਹ ਗੱਲ ਕੋਈ ਨਹੀਂ ਕਰਦਾ ਕਿ ਇਹ ਫਿਰ ਪਲਾਂਟ ਬੇਸਡ ਜੰਕ ਫੂਡ ਨਹੀਂ ਬਣ ਗਿਆ। ਇਕੱਲਾ ਇਹੀ ਨਹੀਂ ਹੈ ਕਿ ਅਸੀਂ ਪਲਾਂਟ ਬੇਸਡ ਖਾਣਾ ਹੈ, ਪਲਾਂਟ ਬੇਸਡ, ਵੀਗਨ, ਆਰਗੈਨਿਕ ਉਹ ਵੀ ਜੰਕ ਹੋ ਸਕਦਾ ਜੀ। ਤੇ ਅਕਸਰ ਦੇਖਿਆ ਜਾਂਦਾ ਕਿ ਕਈ ਵਾਰੀ ਜਿਹੜੇ ਆਪਣੇ ਆਪ 'ਚ ਸੋਚ ਕੇ ਪਲਾਂਟ ਬੇਸਡ ਖਾਂਦੇ ਨੇ ਉਹਨਾਂ ਦੀ ਸਿਹਤ ਜ਼ਿਆਦਾ ਮਾੜੀ ਹੁੰਦੀ ਹੈ, ਕਿਉਂਕਿ ਉਹ ਜੰਕ ਫੂਡ ਜ਼ਿਆਦਾ ਖਾ ਰਹੇ ਹੁੰਦੇ ਆ ਸੋਚ ਕੇ ਕਿ ਇਹ ਤਾਂ ਪਲਾਂਟ ਬੇਸਡ ਆ। ਉਹਦੇ ਨਾਲੋਂ ਜੇ ਕੋਈ ਮੀਟ ਖਾ ਰਿਹਾ ਪਰ ਉਹਦਾ ਸੇਵਨ ਬਹੁਤ ਸੋਚ ਕੇ ਕਰ ਰਿਹਾ, ਉਹਦੀ ਕੁਆਂਟਿਟੀ, ਉਹਦੀ ਕੁਆਲਿਟੀ ਤੇ ਉਹਦੇ ਨਾਲ ਬਾਕੀ ਦਾ ਲਾਈਫ ਸਟਾਈਲ ਵਧੀਆ, ਉਹਨਾਂ ਦੀ ਸਿਹਤ ਬਿਹਤਰ ਹੋ ਸਕਦੀ ਹੈ। ਰਾਈਟ। ਸੋ ਕੋਈ ਵੀ ਇੱਕ ਤਰੀਕਾ ਨਹੀਂ ਹੈ ਕਿ ਸਿਰਫ ਇੱਦਾਂ ਹੀ ਖਾਇਆ ਜਾਏ ਤੇ ਫਿਰ ਵਧੀਆ ਰਵਾਂਗੇ। ਡਾਇਟ, ਐਨਵਾਇਰਨਮੈਂਟ, ਮਾਹੌਲ, ਸਿਹਤ ਤੇ ਆਪਣੀ ਪਰਸਨਲ ਪ੍ਰੈਫਰੈਂਸ ਦੇ ਹਿਸਾਬ ਨਾਲ ਚੇਂਜ ਹੋ ਸਕਦੀ ਹੈ। ਸੋ ਜੇ ਸਾਇੰਸ ਨੂੰ ਆਧਾਰ ਬਣਾ ਕੇ ਦੇਖਿਆ ਜਾਏ ਤੇ ਇਹ ਨਤੀਜਾ ਨਿਕਲਦਾ ਉਹਦਾ। ਜੇ ਬੇਕਡ ਫੂਡਸ ਦੇਖੇ ਜਾਣ ਜੀ, ਬੇਕਿੰਗ ਵੀ ਆਪਣੇ ਆਪ ਦੇ ਵਿੱਚ ਪ੍ਰੋਸੈਸ ਹੈ ਇੱਕ, ਕਿਉਂਕਿ ਉਹ ਵੀ ਮਲਟੀਪਲ ਇੰਗਰੀਡੀਐਂਟਸ ਮਿਕਸ ਕੀਤੇ। ਬਿਲਕੁਲ। ਜਦੋਂ ਤੱਕ ਤੁਹਾਡੇ ਕੋਲ ਕੋਈ ਸਪੈਸ਼ਲਾਈਜ਼ਡ ਇਕਵਿਪਮੈਂਟ ਨਹੀਂ ਹੋਏਗਾ, ਤੁਸੀਂ ਉਦੋਂ ਤੱਕ ਉਹ ਬੇਕਡ ਪ੍ਰੋਡਕਟ ਨਹੀਂ ਬਣਾ ਸਕਦੇ। ਬਿਲਕੁਲ। ਸੋ ਇਹ ਕਿਸ ਦਾਇਰੇ ਦੇ ਵਿੱਚ ਆਉਂਦਾ ਜੀ ਫਿਰ? ਸੋ ਵਿਜੇ, ਬੜਾ ਵਧੀਆ ਸਵਾਲ ਆ। ਜਦੋਂ ਬੇਕਿੰਗ ਕਰਦੇ ਆ ਨਾ, ਤੇ ਬੇਕਿੰਗ ਦੇ ਇੰਗਰੀਡੀਐਂਟਸ ਤੋਂ ਸ਼ੁਰੂ ਕਰੀਏ। ਪਹਿਲਾਂ ਤਾਂ ਜਿਹੜਾ ਆਟਾ ਲਿਆ, ਜੇ ਉਹ ਆਟਾ ਜਿਹਨੂੰ ਆਪਾਂ ਛਾਣ ਬੂਰੇ ਵਾਲਾ ਆਟਾ ਕਿਹਾ, ਉਹ ਰਿਫਾਈਨਡ ਪੇਸਟਰੀ ਫਲਾਵਰ ਨਹੀਂ ਹੈਗਾ ਜਿਹੜਾ ਬਿਲਕੁਲ ਟੈਲਕਮ ਪਾਊਡਰ ਤੋਂ ਵੀ ਬਰੀਕ ਹੈ। ਜੀ। ਸੋ ਪਹਿਲਾਂ ਤਾਂ ਆਟਾ ਸਹੀ ਲਿਆ, ਫਿਰ ਉਹਦੇ 'ਚ ਬਾਕੀ ਚੀਜ਼ਾਂ ਕੀ ਪਾਈਆਂ, ਕਿ ਉਹ 'ਚ ਰਿਫਾਈਨਡ ਸ਼ੂਗਰ ਪਾਈ, ਜਾਂ ਉਹਨੂੰ ਐਪਲ ਸੌਸ ਨਾਲ ਸਵੀਟ ਕੀਤਾ, ਜਾਂ ਉਹਨੂੰ ਡੇਟ ਪੇਸਟ ਬਣਾ ਕੇ ਸਵੀਟ ਕੀਤਾ, ਫਿਰ ਉਹਨੂੰ ਬੇਕ ਕਰਕੇ ਕੁਝ ਬਣਾਇਆ। ਸੋ ਉਹ ਜਿਹੜੀ ਬਣੀ ਉਹ ਇੱਕ ਹੈ ਤਾਂ ਡਿਜ਼ਰਟ। ਇਹਦਾ ਮਤਲਬ ਇਹ ਨਹੀਂ ਕਿ ਉਹਦੇ 'ਤੇ ਹੀ ਜੀਣਾ ਹੁਣ ਅਸੀਂ ਬਸ ਇਹੀ ਖਾਇਆ ਕਰਨੀ, ਪਰ ਉਹ ਵਧੀਆ ਡਿਜ਼ਰਟ ਆ। ਵਰਸਸ ਰਿਫਾਈਨਡ ਆਟਾ, ਫਿਰ ਉਹਦੇ 'ਚ ਬਟਰ, ਫੈਟ, ਕਈ ਤਰ੍ਹਾਂ ਦੇ ਤੇਲ ਪਾਏ ਗਏ, ਕਲਰਿੰਗਸ ਪਾਈਆਂ ਗਈਆਂ, ਫਲੇਵਰ ਐਨਹਾਂਸ ਕਰਨ ਲਈ ਆਰਟੀਫਿਸ਼ੀਅਲ ਫਲੇਵਰ ਪਾਏ ਗਏ, ਫਿਰ ਉਹਦਾ ਟੈਕਸਚਰ ਜੀਭ ਨੂੰ, ਜ਼ੁਬਾਨ ਨੂੰ, ਦੰਦਾਂ ਨੂੰ ਵਧੀਆ ਲੱਗੇ, ਉਹਦੇ ਲਈ ਉਹਨੂੰ ਕਈ ਕੁਛ ਕੀਤਾ ਗਿਆ। ਉਹ ਫਿਰ ਕੈਮੀਕਲ ਲੈਬ ਵਾਲੀ ਗੱਲ ਹੋ ਗਈ। ਫਿਰ ਅਸੀਂ ਕੈਮੀਕਲ ਪ੍ਰੋਡਿਊਸ ਕਰ ਰਹੇ ਹਾਂ, ਉਹ ਖਾਣਾ ਨਹੀਂ ਹੈ। ਅਤੇ ਸਮੂਦੀਜ਼ ਦੀ ਗੱਲ ਕਰੀਏ ਜੀ, ਜੇ ਸਮੂਦੀਜ਼, ਕਿਉਂਕਿ ਮੈਨੂੰ ਯਾਦ ਆ ਤੁਸੀਂ ਹਮੇਸ਼ਾ ਇਹ ਗੱਲ ਕਹਿੰਦੇ ਹੋ ਕਿ ਹੋਲ ਫਰੂਟ ਖਾਣਾ ਬੈਟਰ ਆ। ਬਿਲਕੁਲ। ਕਿਉਂਕਿ ਉਹਦੇ ਵਿੱਚ ਮਤਲਬ ਰਾਦਰ ਦੈਨ ਉਹਨੂੰ ਬਲੈਂਡ ਕਰ ਲੈਣਾ ਜਾਂ ਉਹਦਾ ਜੂਸਿੰਗ ਕਰਨੀ। ਪਰ ਫਿਰ ਵੀ ਸਮੂਦੀਜ਼ ਅਤੇ ਜੂਸ ਬਾਰੇ ਉਹ ਖਾਣੇ ਅਤੇ ਪੀਣੇ ਠੀਕ ਨੇ? ਬਿਲਕੁਲ, ਬੜਾ ਅੰਤਰ ਹੈ ਵਿਜੇ ਸਮੂਦੀ ਅਤੇ ਜੂਸ ਦੇ ਵਿੱਚ। ਜੇ ਆਪਾਂ ਐਗਜ਼ਾਮਪਲ ਲਈਏ ਸਮੂਦੀ ਦੀ, ਕਿ ਉਹਦੇ 'ਚ ਤੁਸੀਂ ਬਨਾਨਾਸ ਪਾਏ, ਨਾਲ ਸੇਬ ਪਾ ਲਏ, ਨਾਲ ਬੇਰੀਜ਼ ਪਾ ਲਈਆਂ। ਸਪੈਸ਼ਲੀ ਬੇਰੀਜ਼ ਦੀਆਂ ਬੜੀਆਂ ਵਧੀਆ ਕੁਆਲਿਟੀਜ਼ ਨੇ, ਬਲੂਬੇਰੀ, ਰੈਸਬੇਰੀ, ਫਰੋਜ਼ਨ ਪਾ ਲਈਆਂ, ਉਹਨਾਂ ਨੂੰ ਬਲੈਂਡ ਕੀਤਾ ਪਾਣੀ ਨਾਲ। ਫਰੋਜ਼ਨ ਪਾਣੀਆਂ ਠੀਕ ਨੇ ਜੀ? ਬਿਲਕੁਲ, ਐਬਸੋਲੂਟਲੀ। ਸੋ ਉਹਨਾਂ ਨੂੰ ਬਲੈਂਡ ਕੀਤਾ ਪਾਣੀ 'ਚ, ਅਤੇ ਉਹ ਸਮੂਦੀ ਬਣ ਗਈ। ਹੁਣ ਉਹਦੇ 'ਚ ਕੋਈ ਚੀਜ਼ ਕੱਢੀ ਨਹੀਂ ਗਈ। ਤੁਸੀਂ ਫਾਈਬਰ ਵੀ ਵਿੱਚ ਹੀ ਹੈ, ਉਹਦਾ ਛਿਲਕਾ ਵੀ ਵਿੱਚ ਹੀ ਹੈ ਸੇਬ ਦਾ, ਸਾਰਾ ਕੁਛ ਉਹਦੇ ਵਿੱਚ। ਪਾਣੀ ਵੀ ਕੁਦਰਤੀ ਚੀਜ਼, ਪਾਣੀ ਵੀ ਕੁਦਰਤੀ ਹੈ। ਜੇ ਤੁਸੀਂ ਕੋਈ ਵਧੀਆ ਤੁਹਾਨੂੰ ਲੱਗਦਾ ਕੈਸ਼ੂ ਮਿਲਕ, ਓਟ ਮਿਲਕ, ਉਹ ਟੈਕਸਚਰ ਦੇਣਾ, ਬੇਸ਼ੱਕ ਯੂਜ਼ ਕਰੋ। ਵਰਸਸ ਜੇ ਆਪਾਂ ਜੂਸ ਕੱਢਿਆ, ਐਪਲ ਦਾ ਜੂਸ, ਔਰੇਂਜ ਦਾ ਜੂਸ, ਸਾਰਾ ਫਾਈਬਰ ਅਸੀਂ ਸੁੱਟਤਾ, ਛਿਲਕਾ ਵੀ ਸੁੱਟਤਾ, ਅਤੇ ਉਹਦੇ ਅੰਦਰ ਫਾਈਬਰ ਦੇ ਨਾਲ ਜੁੜੇ ਹੋਏ ਹੋਰ ਬਹੁਤ ਸਾਰੇ ਨਿਊਟਰੀਐਂਟ ਸੀਗੇ ਜਿਹੜੇ ਅਸੀਂ ਸੁੱਟਤੇ। ਹੁਣ ਉਹ ਬਣ ਗਈ ਰਿਫਾਈਨਡ ਸ਼ੂਗਰ। ਉਹਨੇ ਇੱਕਦਮ ਜਾ ਕੇ ਬਲੱਡ ਸ਼ੂਗਰ ਸਪਾਈਕ ਕਰ ਦੇਣੀ ਹੈ, ਫਿਰ ਉਹ ਸਾਰੀਆਂ ਸਮੱਸਿਆਵਾਂ ਸ਼ੁਰੂ ਹੋ ਜਾਣੀਆਂ ਜੋ ਆਪਾਂ ਸ਼ੂਗਰ ਦੀਆਂ ਕਰਦੇ ਹਾਂ। ਸੋ ਉਹ ਫਿਰ ਕੋਈ ਵਧੀਆ ਮੀਲ ਨਹੀਂ ਰਹਿ ਗਿਆ। ਸੋ ਸਮੂਦੀਜ਼ ਜੇ ਸਹੀ ਤਰ੍ਹਾਂ ਬਣਾਈਆਂ ਜਾਣ ਅਤੇ ਵਧੀਆ ਮੀਲ ਬਣ ਸਕਦਾ, ਇੱਕ ਵਧੀਆ ਤਰੀਕਾ ਹੋ ਸਕਦਾ ਉਹ ਚੀਜ਼ਾਂ ਖਾਣ ਦਾ ਜਿਹੜੀਆਂ ਵੈਸੇ ਅਸੀਂ ਸ਼ਾਇਦ ਨਹੀਂ ਖਾਵਾਂਗੇ। ਫੋਰ ਐਗਜ਼ਾਮਪਲ, ਜੇ ਸਮੂਦੀ 'ਚ ਆਪਾਂ ਬ੍ਰੇਨ ਐਨਹੈਂਸਿੰਗ ਫੂਡਸ ਦੀ ਗੱਲ ਕਰਦੇ ਹਾਂ, ਕਿ ਅਸ਼ਵਗੰਧਾ, ਤੁਲਸੀ, ਆਮਲਾ, ਇਹੋ ਜਿਹੀਆਂ ਚੀਜ਼ਾਂ ਆਪਣੀ ਡਾਇਟ 'ਚੋਂ ਨਿਕਲ ਗਈਆਂ। ਪਹਿਲਾਂ ਪੁਰਾਣੇ ਸਮੇਂ 'ਚ ਨਾ ਘਰਾਂ ਦੇ ਵਿੱਚ ਵਿਹੜੇ 'ਚ ਇਹ ਬੂਟੇ ਲੱਗੇ ਹੁੰਦੇ ਸੀ, ਅਤੇ ਕਈ ਵਾਰੀ ਬਜ਼ੁਰਗ ਸਵੇਰੇ ਉੱਠਦੇ ਹੀ ਥੋੜ੍ਹੀ ਸਟਰੈਚਿੰਗ ਕਰਦੇ ਸੀ, ਪਾਣੀ ਪੀਂਦੇ ਸੀ, ਇੱਕ ਪੱਤਾ ਤੋੜ ਕੇ ਖਾ ਲੈਂਦੇ ਸੀ। ਉਹਨਾਂ ਕੀ ਚਾਹੀਦਾ ਹੁੰਦਾ, ਉਹਦੀ ਸਬਜ਼ੀ ਬਣਾਉਣ ਦੀ ਲੋੜ ਨਹੀਂ ਹੁੰਦੀ। ਸੋ ਉਹਨਾਂ ਕੀ ਆਪਾਂ ਸਮੂਦੀ 'ਚ ਪਾ ਸਕਦੇ ਹਾਂ। ਉਹ ਬੜਾ ਵਧੀਆ ਤਰੀਕਾ ਹੈ ਕਿ ਉਹ ਤੁਸੀਂ ਆਪਣੀ ਡਾਇਟ 'ਚ ਐਡ ਕਰ ਲਿਆ। ਪਰ ਜੂਸਿੰਗ ਡਿਫਰੈਂਟ ਹੋ ਜਾਂਦੀ, ਉਹ ਹੋਰ ਜ਼ਿਆਦਾ ਪ੍ਰੋਸੈਸਡ ਆ ਜੀ। ਹੁਣ ਜੇ ਸਵਾਲ ਇਹ ਹੋਏ ਕਿ ਫਰੂਟ ਖਾਣਾ ਬਿਹਤਰ ਹੈ ਜਾਂ ਸਮੂਦੀ ਪੀਣੀ, ਡੈਫੀਨੇਟਲੀ ਫਰੂਟ ਖਾਣਾ ਬਿਹਤਰ ਹੈ। ਪਰ ਕਈ ਵਾਰੀ ਤੁਸੀਂ ਹਰ ਵਾਰੀ ਇੱਕ ਸਟ੍ਰਿਕਟ ਪੈਟਰਨ ਨਹੀਂ, ਤੁਹਾਨੂੰ ਥੋੜ੍ਹੀ ਚੋਇਸ ਚਾਹੀਦੀ ਹੁੰਦੀ ਹੈ, ਉਦੋਂ ਸਮੂਦੀ ਬੱਚਿਆਂ ਵਾਸਤੇ ਖਾਸ ਤੌਰ 'ਤੇ ਬਹੁਤ ਵਧੀਆ ਇੱਕ ਮੀਲ ਜਾਂ ਡਰਿੰਕ ਜਾਂ ਸਨੈਕ ਹੈ ਜੀ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਰੋਟੀ, ਦਾਲ, ਸਬਜ਼ੀ, ਪਾਸਤਾ, ਬ੍ਰੈਡ ਬਾਰੇ, ਜਿਹੜੀਆਂ ਚੀਜ਼ਾਂ ਆਮ ਤੌਰ 'ਤੇ ਇਸਤੇਮਾਲ ਕੀਤੀਆਂ ਜਾਂਦੀਆਂ ਨੇ। ਬਿਲਕੁਲ। ਇਹ ਹੁਣ ਪ੍ਰੋਸੈਸਡ ਦੇ ਦਾਇਰੇ 'ਚ ਆਈਆਂ ਜਾਂ ਇਹਨਾਂ ਦੇ ਸੇਵਨ ਬਾਰੇ ਕੀ ਕੌਮੈਂਟ ਹੈ ਜੀ? ਬਿਲਕੁਲ ਵਿਜੇ, ਅਤੇ ਇਹ ਬੜੇ ਜ਼ਰੂਰੀ ਫੂਡ ਨੇ। ਜਦੋਂ ਆਪਾਂ ਇੱਕ ਕੰਪਲੀਟ ਨਿਊਟ੍ਰੀਸ਼ਨ ਦੀ ਗੱਲ ਕਰਦੇ ਹਾਂ, ਅਤੇ ਉਹਦੇ 'ਚ ਸਟੇਪਲ ਫੂਡ ਹੈ। ਕਿਸੇ ਜਗ੍ਹਾ 'ਤੇ ਰਾਈਸ ਆ, ਚੌਲ ਨੇ, ਕਿਸੇ ਜਗ੍ਹਾ 'ਤੇ ਆਲੂ ਸਟੇਪਲ ਫੂਡ ਨੇ, ਪੰਜਾਬ 'ਚ ਅਕਸਰ ਰੋਟੀ ਸਟੇਪਲ ਫੂਡ ਆ ਜੀ। ਸੋ ਇਹ ਬੜੇ ਵਧੀਆ ਖਾਣੇ ਨੇ, ਇਹ ਜ਼ਰੂਰ ਖਾਣੇ ਚਾਹੀਦੇ ਆ। ਖਿਆਲ ਸਿਰਫ ਇਹੀ ਰੱਖਣਾ ਕਿ ਜਿਹੜੇ ਚੀਜ਼ ਤੋਂ ਆਪਾਂ ਸ਼ੁਰੂ ਹੋ ਰਹੇ ਹਾਂ
ਉਹਨੂੰ ਜ਼ਿਆਦਾ ਰਿਫਾਈਨ ਨਾ ਕਰੀਏ। ਸੋ ਇੰਡਸਟਰੀ ਦੇ ਵਿੱਚ ਇਹ ਟਰੈਂਡ ਚੱਲਿਆ ਕਿ ਜਿਹੜੀ ਫਾਈਬਰ ਤੋਂ ਬਿਨਾਂ, ਘੱਟ ਫਾਈਬਰ ਵਾਲਾ, ਬਰੀਕ, ਚਿੱਟਾ, ਜ਼ਿਆਦਾ ਫੁੱਲਣ ਵਾਲੀ ਰੋਟੀ ਆ, ਉਹ ਸਵਾਦ ਲੱਗਦੀ ਆ। ਕਿਉਂਕਿ ਬ੍ਰੇਨ, ਆਪਣਾ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ ਜਿੱਥੋਂ ਐਨਰਜੀ ਜ਼ਿਆਦਾ ਮਿਲੇ, ਛੇਤੀ ਮਿਲੇ ਅਤੇ ਕੰਮ ਘੱਟ ਕਰਨਾ ਪਏ, ਬ੍ਰੇਨ ਉਹਦੇ ਵਾਸਤੇ ਡਿਜ਼ਾਈਨਡ ਆ। ਸਾਨੂੰ ਉਹ ਚੀਜ਼ ਵਧੀਆ ਲੱਗਦੀ ਆ। ਜੇ ਕੁਦਰਤੀ ਤੌਰ 'ਤੇ ਦੇਖਿਆ ਜਾਏ ਤਾਂ ਉਹ ਫਰੂਟ ਆ। ਫਰੂਟ ਵਧੀਆ ਲੱਗਦਾ, ਡੇਟਸ, ਅੰਬ ਖਾਣੇ ਬੜੇ ਵਧੀਆ ਲੱਗਦੇ ਨੇ। ਸੋ ਜਦੋਂ ਰੋਟੀ ਖਾਣੀ ਹੈ, ਉਹ ਆਟਾ ਹੋਲਸਮ ਹੋਵੇ, ਜਿਹਨੂੰ ਛਾਣ ਬੂਰੇ ਵਾਲਾ ਆਟਾ ਕਹਿੰਦੇ ਆ, ਉਹਨੂੰ ਰਿਫਾਈਨ ਨਾ ਕੀਤਾ ਹੋਵੇ। ਉਹਦੀ ਰੋਟੀ 'ਚ ਹੋ ਸਕਦਾ ਤੁਹਾਨੂੰ ਕਿਰਕ ਆਵੇ, ਹੋ ਸਕਦਾ ਉਹ ਛੇਤੀ ਸੁੱਕ ਜਾਏ, ਪਰ ਉਹ ਰੋਟੀ ਬਹੁਤ ਵਧੀਆ। ਇਹ ਗੱਲ ਸਹੀ ਹੈ ਡਾਕਟਰ ਸਾਹਿਬ। ਜੇ ਮਲਟੀਗ੍ਰੇਨ ਵੱਖੋ ਵੱਖਰੇ ਆਟੇ ਮਿਕਸ ਕਰਕੇ ਜੇ ਉਹਦੀ ਰੋਟੀ ਬਣਾਓ ਤੇ 2-3-4 ਘੰਟੇ ਬਾਅਦ ਉਹ ਜੀ ਡਰਾਈ ਰੋਟੀ ਹੋ ਜਾਂਦੀ ਹੈ, ਖਾਧੀ ਨਹੀਂ ਜਾਂਦੀ, ਪਰ ਉਹ ਤਾਜ਼ੀ ਖਾਧੀ ਜਾਂਦੀ ਹੈ। ਬਿਲਕੁਲ ਖਾਧੀ ਜਾਂਦੀ, ਤਾਜ਼ੀ ਖਾਣੀ ਚਾਹੀਦੀ ਹੈ। ਹਾਂਜੀ। ਸੋ ਵਿਜੇ, ਇੱਕ ਤਾਂ ਜਿੰਨਾ ਆਪਾਂ ਫੂਡ ਨੂੰ ਡੀਹਾਈਡਰੇਟ ਕਰ ਦਿੰਦੇ ਹਾਂ, ਜਿੰਨਾ ਸੁਕਾ ਦਿੰਦੇ ਹਾਂ, ਉਹਨਾਂ ਉਹ ਥੋੜ੍ਹਾ ਹਾਰਡ ਹੋ ਜਾਂਦਾ ਖਾਣਾ, ਉਹ ਫਰੈਸ਼ ਨਹੀਂ ਲੱਗਦਾ। ਪਰ ਗ੍ਰੇਨਸ ਮਿਕਸ ਕਰਨੇ, ਉਹਦੇ ਨਾਲੋਂ ਜ਼ਿਆਦਾ ਅਹਿਮੀਅਤ ਇਹ ਹੈ ਕਿ ਗ੍ਰੇਨ ਨੂੰ ਰਿਫਾਈਨ ਨਾ ਕਰੋ, ਉਹਨੂੰ ਕੋਸ਼ਿਸ਼ ਕਰੋ ਕਿ ਸੁੱਟਣਾ ਨਹੀਂ ਇਹਦੇ 'ਚੋਂ ਕੁਛ। ਅਤੇ ਇਸੇ ਤਰ੍ਹਾਂ ਹੀ ਜਿਹੜੇ ਚੌਲ ਨੇ, ਚੌਲ ਜਿਹੜੇ ਬਰਾਊਨ ਰਾਈਸ, ਵਾਈਲਡ ਰਾਈਸ, ਜਿਹੜੇ ਅਕਸਰ ਬਹੁਤ ਦੇਸ਼ਾਂ 'ਚ ਮੇਨ ਸਟੇਪਲ ਫੂਡ ਆ, ਬੜਾ ਵਧੀਆ ਖਾਣਾ, ਹੋਲ ਗ੍ਰੇਨ ਆ। ਕਿਨੋਵਾ ਬੜਾ ਵਧੀਆ ਖਾਣਾ ਹੈ, ਹੋਲ ਗ੍ਰੇਨ ਆ। ਸੋ ਇਹਨਾਂ ਤੋਂ ਗਾਹਾਂ ਚੀਜ਼ਾਂ ਬਣਾ ਕੇ, ਰੋਟੀ ਤੋਂ ਤੁਸੀਂ ਬ੍ਰੈਡ ਬਣਾ ਲਈ ਆਟੇ ਤੋਂ, ਜਾਂ ਉਹਦੀ ਰੋਟੀ ਬਣਾ ਲਈ, ਜਾਂ ਉਹਨੂੰ ਕਿਸੇ ਵੀ ਹੋਰ ਫਾਰਮ 'ਚ ਕੰਜ਼ਿਊਮ ਕੀਤਾ, ਐਜ਼ ਲੌਂਗ ਐਜ਼ ਉਹਦੇ 'ਚੋਂ ਤੁਸੀਂ ਛਾਣਬੀਨ ਨਹੀਂ ਕਰ ਰਹੇ ਬਹੁਤੀ, ਉਹ ਵਧੀਆ। ਸੇਮ ਪਾਸਤਾਸ, ਨੂਡਲਸ, ਪਾਸਤਾ, ਡਿਪੈਂਡ ਕਰਦਾ ਉਹ ਬਣੇ ਕਾਹਦੇ ਤੋਂ ਨੇ। ਅੱਜ ਕੱਲ੍ਹ ਲੈਂਟਲ ਬੇਸਡ ਪਾਸਤੇ ਵੀ ਆਉਂਦੇ ਨੇ, ਉਹ ਕਹਿੰਦੇ ਵੀ ਪ੍ਰੋਟੀਨ ਜ਼ਿਆਦਾ ਹੁੰਦਾ ਉਹਦੇ 'ਚ। ਬਿਲਕੁਲ, ਡੈਫੀਨੇਟਲੀ ਜ਼ਿਆਦਾ ਹੁੰਦਾ। ਪਰ ਉਹ ਅਹਿਮੀਅਤ ਇਸ ਚੀਜ਼ ਦੀ ਹੈ ਕਿ ਉਸ ਲੈਂਟਲ ਨੂੰ ਕੀਤਾ ਕੀ, ਕਿ ਉਹ ਜੇ ਮੰਨ ਲਓ ਸੋਇਆਬੀਨ ਦੀ ਜਾਂ ਪੀ ਪ੍ਰੋਟੀਨ ਦੀ ਗੱਲ ਕਰਦੇ ਹਾਂ ਆਪਾਂ, ਕਿ ਉਹ ਪ੍ਰੋਟੀਨ ਆਈਸੋਲੇਟ ਕਰ ਲਈ, ਜਾਂ ਉਹ ਜਿਸ ਤਰ੍ਹਾਂ ਸੀਗਾ। ਫੋਰ ਐਗਜ਼ਾਮਪਲ, ਮੀਟਲੈਸ ਬਰਗਰ ਬੜੇ ਮਸ਼ਹੂਰ ਹੋ ਗਏ ਨੇ। ਸੋ ਮੀਟਲੈਸ ਬਰਗਰ ਵੀਗਨ, ਔਰਗੈਨਿਕ ਜੰਕ ਫੂਡ ਹੈ, ਉਹ ਨਿਊਟ੍ਰੀਸ਼ੀਅਸ ਫੂਡ ਨਹੀਂ ਹੈਗਾ। ਉਹ ਇੱਕ ਆਲਟਰਨੇਟਿਵ ਹੈ ਕਿ ਜੇ ਤੁਹਾਨੂੰ ਲੱਤ ਲੱਗੀ ਹੋਈ ਹੈ ਕੋਈ ਮਾੜੀ ਚੀਜ਼ ਖਾਣ ਦੀ, ਸੋ ਕੰਪੇਅਰਡ ਟੂ ਅ ਬੈਡ ਬਰਗਰ ਇਟਸ ਬੈਟਰ। ਪਰ ਜੇ ਹੁਣ ਆਪਾਂ ਇੱਕ ਪੈਟੀ ਬਣਾਈਏ ਜਿਹਦੇ 'ਚ ਬੀਨਸ ਹੋਣ, ਸਬਜ਼ੀਆਂ ਹੋਣ, ਹੋਲ ਗ੍ਰੇਨਸ ਹੋਣ, ਉਹ ਪੈਟੀ ਉਸ ਮੀਟਲੈਸ ਬਰਗਰ ਪੈਟੀ ਨਾਲੋਂ ਕਿਤੇ ਜ਼ਿਆਦਾ ਵਧੀਆ। ਸੋ ਡਾਕਟਰ ਸਾਹਿਬ, ਐਜ਼ ਅ ਫਾਈਨਲ ਕੌਮੈਂਟ, ਸੋ ਵਾਟ ਆਰ ਸਮ ਆਫ ਦ ਗੁੱਡ ਰੂਲਸ ਟੂ ਫੋਲੋ? ਤੁਸੀਂ ਉਹਦੇ ਬਾਰੇ ਪਹਿਲਾਂ ਵੀ ਗੱਲ ਕਰ ਹੀ ਚੁੱਕੇ ਹੋ। ਚੰਗੀ ਹੈਲਥ ਨੂੰ ਬੜਾਵਾ ਦੇਣ ਲਈ ਫੂਡ ਸੰਬੰਧੀ ਕਿਹੜੇ ਉਹ ਰੂਲਸ ਨੇ, ਰੂਲ ਆਫ ਥੰਬ ਜਿਹੜਾ ਬੰਦਾ ਹਰ ਕੋਈ ਫੋਲੋ ਕਰੇ? ਬਿਲਕੁਲ ਵਿਜੇ, ਜਿਵੇਂ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਨਾ ਮਾਈਕਲ ਪੌਲਨ ਦੀ, ਈਟ ਫੂਡ ਨਾਟ ਟੂ ਮੱਚ, ਮੋਸਟਲੀ ਪਲਾਂਟਸ। ਸੋ ਉਹਨਾਂ ਨੇ ਮੋਸਟਲੀ ਪਲਾਂਟਸ ਕਿਹਾ, ਸੋ ਉਹਨਾਂ ਨੇ ਇੱਕ ਆਪਸ਼ਨ ਦੇ ਦਿੱਤੀ। ਇਸੇ ਤਰ੍ਹਾਂ ਹੀ ਡਾਕਟਰ ਔਰਨਿਸ਼ ਕਹਿੰਦੇ ਨੇ, ਈਟ ਲੈਸ, ਮੂਵ ਮੋਰ, ਲਵ ਮੋਰ। ਸੋ ਜਦੋਂ ਆਪਾਂ ਫੂਡ ਚੋਇਸਿਸ 'ਚ ਇੱਕ ਤਾਂ ਫਰੂਟਸ ਐਂਡ ਵੈਜੀਟੇਬਲਸ, ਖਾਸ ਕਰ ਜਿਹੜੇ ਕਲਰਫੁਲ ਫਰੂਟਸ ਐਂਡ ਵੈਜੀਟੇਬਲਸ ਆ, ਉਹਨਾਂ ਦਾ ਅਮਾਊਂਟ ਵਧਾਈਏ। ਕਈ ਵਾਰੀ ਪੂਰਾ ਦਿਨ ਨਿਕਲ ਜਾਂਦਾ, ਕੋਈ ਫਰੂਟ ਨਹੀਂ ਖਾਧਾ ਹੁੰਦਾ। ਕਈ ਵਾਰੀ ਬੱਚੇ ਨੂੰ ਪੁੱਛ ਕੇ ਦੇਖੋ ਨਾ, ਫਰੂਟ ਕੀ ਖਾਧਾ, ਵੱਧ ਤੋਂ ਵੱਧ ਐਪਲ ਜਾਂ ਬਨਾਨਾ ਦਾ ਨਾਂ ਲੈਣਗੇ, ਫਰੂਟ ਲੂਪਸ ਕਹਿ ਦੇਣਗੇ, ਜਾਂ ਫਰੂਟ ਲੂਪਸ ਕਹਿ ਦੇਣਗੇ, ਜਾਂ ਫਰੂਟ ਬਾਰ ਕਹਿਣਗੇ, ਜਿਹੜੀ ਉਹ ਪੈਕਟ ਤੋੜ ਕੇ ਖਾਧੀ ਹੈ ਨਾ। ਸੋ ਰੀਅਲ ਫਰੂਟ, ਡਿਫਰੈਂਟ ਕਲਰਸ ਵਾਲਾ, ਸਪੈਸ਼ਲੀ ਬੇਰੀਜ਼ ਵਾਲਾ, ਸਮਰ ਆ ਰਹੀ ਹੈ, ਉਹਨਾਂ ਦੇ ਤਾਂ ਰੰਗ ਹੀ ਬੜੇ ਸੋਹਣੇ ਨੇ। ਬਿਲਕੁਲ। ਸੋ ਉਹਨਾਂ ਰੰਗਾਂ ਦੇ ਵਿੱਚ ਬਹੁਤ ਕਰਾਮਾਤੀ ਚੀਜ਼ਾਂ ਨੇ ਜਿਹੜੀਆਂ ਖਾਣੀਆਂ ਵਧੀਆ ਨੇ ਸਾਡੇ ਵਾਸਤੇ। ਫਿਰ ਜਿਹੜੇ ਗ੍ਰੇਨਸ ਆਪਾਂ ਗੱਲ ਕੀਤੀ, ਹੋਲ ਗ੍ਰੇਨਸ, ਦਾਲਾਂ, ਸਬਜ਼ੀਆਂ, ਬੀਨਸ, ਰਾਜਮਾ, ਇਹ ਸਾਰੇ ਖਾਣੇ ਚਾਹੀਦੇ ਆ। ਜਦੋਂ ਤੁਸੀਂ ਕੌਫੀ ਜਾਂ ਐਲਕੋਹਲ, ਇਹੋ ਜਿਹੀਆਂ ਡਰਿੰਕਸ ਦੀ ਗੱਲ ਕਰਦੇ ਆ ਨਾ, ਉਹ ਆਪਣੀ ਸਿਹਤ ਦੇ ਹਿਸਾਬ ਨਾਲ ਦੇਖੀਏ ਕਿ ਜੇ ਕੌਫੀ ਪੀ ਕੇ ਮੈਨੂੰ ਚੰਗਾ ਲੱਗਾ, ਕਿ ਮੈਂ ਜਿਟਰੀ ਹੋ ਗਿਆ। ਕਈ ਲੋਕਾਂ ਦੇ ਹੱਥ ਸ਼ੇਕ ਕਰਨ ਲੱਗ ਪੈਂਦੇ, ਸੋ ਉਹ ਤੁਹਾਡਾ ਸਰੀਰ ਤੁਹਾਨੂੰ ਦੱਸ ਰਿਹਾ ਵੀ ਇਹ ਮੇਰੇ ਲਈ ਠੀਕ ਨਹੀਂ। ਜ਼ਰੂਰੀ ਨਹੀਂ ਜੇ ਤੁਹਾਡੇ ਦੋਸਤ ਲਈ ਵਧੀਆ, ਉਹ ਤੁਹਾਡੇ ਲਈ ਵੀ ਵਧੀਆ ਹੋਵੇ। ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ, ਤੁਸੀਂ ਓਵਰ ਟਾਇਰਡ ਹੋ, ਸੋ ਖੁਦ ਦੇਖੋ ਕਿ ਉਸ ਫੂਡ ਦਾ ਤੁਹਾਡੇ 'ਤੇ ਅਸਰ ਕੀ ਹੋਇਆ, ਕਿ ਤੁਸੀਂ ਰੈਸਟਫੁਲੀ ਸੁੱਤੇ ਜਾਂ ਨਹੀਂ। ਲਿਸਨ ਟੂ ਯਰ ਬਾਡੀ। ਬਿਲਕੁਲ। ਐਂਡ ਹਾਈਡਰੇਟਡ ਰਹਿਣਾ, ਜਿਵੇਂ ਆਪਾਂ ਰੋਟੀ ਦੀ ਗੱਲ ਕਰ ਰਹੇ ਸੀ, ਪਾਣੀ ਕਈ ਵਾਰੀ ਬਹੁਤ ਘੱਟ ਕੰਜ਼ਿਊਮ ਕੀਤਾ ਜਾਂਦਾ। ਸੋ ਆਪਣੀ ਬਾਡੀ ਹਮੇਸ਼ਾ ਪਾਣੀ ਲੂਜ਼ ਕਰ ਰਹੀ ਹੈ। ਆਪਾਂ ਬੈਠੇ ਹਾਂ, ਥੋੜ੍ਹਾ ਜਿਹਾ ਵਾਟਰ ਲਾਸ ਹੋ ਰਿਹਾ, ਸਕਿਨ ਦੇ ਥਰੂ, ਸਾਹ ਦੇ ਥਰੂ, ਬਾਡੀ ਦੇ ਪ੍ਰੋਸੈਸਿਸ ਦੇ ਥਰੂ। ਸੋ ਪਲੇਨ ਪਾਣੀ ਸਿਪ ਕਰਨਾ, ਡਰਿੰਕ ਕਰਨਾ ਮਲਟੀਪਲ ਟਾਈਮਸ। ਅਤੇ ਹਾਈਡਰੇਟਡ ਰਹਿਣ ਦੇ ਨਾਲ ਵੀ ਜਿਹੜੇ ਡੀਹਾਈਡਰੇਟਡ ਖਾਣੇ ਨੇ, ਜਿੱਦਾਂ ਰੋਟੀ ਹੋ ਗਈ ਜਾਂ ਚਿਪਸ ਹੋ ਗਏ, ਜਿਹੜੇ ਬਿਲਕੁਲ ਸੁਕਾਤੇ ਗਏ, ਉਹ ਵੀ ਡੀਹਾਈਡਰੇਟ ਕਰਦੇ ਨੇ। ਸੋ ਜਿਹੜੇ ਮੋਇਸਟ ਖਾਣੇ ਨੇ, ਦਾਲਾਂ, ਸਬਜ਼ੀਆਂ, ਸਟੀਮਡ ਵੈਜੀਟੇਬਲਸ, ਬੋਇਲਡ ਚੀਜ਼ਾਂ, ਉਹ ਜ਼ਿਆਦੀਆਂ ਬਿਹਤਰ ਨੇ। ਸੋ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਫੋਲੋ ਕਰੀਏ ਅਤੇ ਬੜੀ ਵੱਡੀ ਚੋਇਸ ਹੋ ਜਾਂਦੀ ਹੈ ਖਾਣ ਦੀ। ਕੁਦਰਤ 'ਚ ਬਹੁਤ ਬੇਅੰਤ ਤਰ੍ਹਾਂ ਦੇ ਖਾਣੇ ਨੇ, ਉਹਨਾਂ ਨੂੰ ਸੋਹਣੇ ਤਰੀਕੇ ਨਾਲ ਅਸੀਂ ਇੰਜੋਏ ਕਰ ਸਕਦੇ ਹਾਂ ਅਤੇ ਸਿਹਤ ਵੀ ਵਧੀਆ ਰੱਖ ਸਕਦੇ ਹਾਂ। ਡਾਕਟਰ ਸਾਹਿਬ, ਮੈਸੇਜ ਇੱਕ ਇਹ ਸਵਾਲ ਆਇਆ, ਕਹਿੰਦੇ ਵੀ ਆਟਾ ਗੁੰਨ ਕੇ ਰੱਖਣਾ ਸਹੀ ਹੈ ਜਾਂ ਨਹੀਂ?
ਜਿਹੜਾ ਆਟਾ ਜਦੋਂ ਗੁੰਨ ਕੇ ਰੱਖੀਦਾ ਕਈ ਵਾਰੀ ਥੋੜ੍ਹੀ ਜਿਹੀ ਉਹਦੇ 'ਚ ਫਰਮੈਂਟੇਸ਼ਨ ਹੋ ਜਾਂਦੀ ਹੈ। ਹਾਂ। ਸੋ ਤੁਸੀਂ ਬਣਾਉਣਾ ਕੀ ਹੈ, ਜਿਵੇਂ ਜੇ ਕੋਈ ਆਪਣੇ ਸਾਊਥ ਇੰਡੀਆ ਦੇ ਵਿੱਚ ਡੋਸਾ ਬਣਾਉਂਦੇ ਨੇ, ਜੀ। ਸੋ ਫਰਮੈਂਟਡ ਆਟਾ ਉਹਦੇ ਲਈ ਜ਼ਰੂਰੀ ਹੁੰਦਾ। ਜਿਹੜੀ ਬ੍ਰੈਡ ਬਣਦੀ ਹੈ, ਸਾਵਰਡੋ ਬ੍ਰੈਡ ਬਣਦੀ ਹੈ, ਉਹ ਫਰਮੈਂਟੇਸ਼ਨ ਦਾ ਪ੍ਰੋਸੈਸ ਹਾਈ ਹੁੰਦਾ। ਜੀ। ਸੋ ਓਵਰਆਲ ਜਿਹੜੇ ਫਰਮੈਂਟਡ ਫੂਡਸ ਨੇ ਉਹ ਚੰਗੇ ਹੁੰਦੇ ਆ, ਕਿਉਂਕਿ ਉਹਦੇ 'ਚ ਥੋੜ੍ਹੀ ਬੈਕਟੀਰੀਅਲ ਪਾਪੂਲੇਸ਼ਨ ਵੱਧ ਜਾਂਦੀ ਹੈ, ਸਾਨੂੰ ਜਿਹਨੂੰ ਪ੍ਰੋਬਾਇਓਟਿਕਸ ਕਹਿੰਦੇ ਆ, ਉਹ ਉਸ ਤਰ੍ਹਾਂ ਉਹ ਸਹਾਈ ਹੁੰਦੇ ਨੇ ਉਹਦੇ 'ਚ। ਜੀ। ਅੱਜ ਕੱਲ੍ਹ ਤੇ ਆਟਾ ਇਹੋ ਜਿਹਾ ਆ ਗਿਆ ਡਾਕਟਰ ਸਾਹਿਬ, ਜੇ ਤਾਜ਼ਾ ਆਟਾ ਗੁੰਨੋ ਰੋਟੀ ਨਹੀਂ ਸੌਖੀ ਕਿਤੇ ਬਣਦੀ ਉਹਦੀ। ਬਿਲਕੁਲ। ਉਹ ਕਾਬੂ 'ਚ ਨਹੀਂ ਰਹਿੰਦਾ ਜਦੋਂ ਤੁਸੀਂ ਪੇੜੇ ਨੂੰ ਵੇਲਣਾ ਸ਼ੁਰੂ ਕਰੋ, ਸਗੋਂ ਜਦੋਂ ਤੱਕ ਉਹ ਫਰਿੱਜ ਥੋੜ੍ਹੀ ਦੇਰ ਰੱਖਿਆ ਹੋਵੇ ਫਿਰ ਰੋਟੀ ਸੁਖਾਲੀ ਬਣਦੀ ਹੈ, ਫਿਰ ਠੀਕ ਹੋ ਜਾਂਦਾ। ਸੋ ਡਿਪੈਂਡਿੰਗ ਅਪੋਨ ਆਪਾਂ ਕਰਨਾ ਕੀ ਹੈ। ਇਸੇ ਤਰ੍ਹਾਂ ਬੇਕਿੰਗ 'ਚ ਕਈ ਰੈਸਪੀਜ਼ 'ਚ ਉਹ ਕਹਿੰਦੇ ਨੇ ਕਿ 2 ਘੰਟੇ ਰੱਖ ਲਓ ਇਹਨੂੰ, ਰਾਈਟ, ਪਰ ਉਹ ਜ਼ਿਆਦਾ ਦੇਰ ਪਿਆ ਰਹੇ ਤੇ ਖਰਾਬ ਵੀ ਹੋ ਜਾਊਗਾ। ਜੀ। ਸੋ ਇਹ ਖਾਣੇ ਦੇ ਨਾਲ ਰਸੋਈ ਨੂੰ ਜਿਸ ਤਰ੍ਹਾਂ ਇੱਕ ਬੱਚੇ ਦੀ ਆਰਟ ਕਲਾਸ ਹੁੰਦੀ ਹੈ, ਸਾਨੂੰ ਫੂਡ ਦੇ ਨਾਲ ਉਹੋ ਜਿਹਾ ਰਿਸ਼ਤਾ ਕਾਇਮ ਕਰਨਾ ਚਾਹੀਦਾ ਕਿ ਅਸੀਂ ਜਾ ਕੇ ਐਕਸਪੈਰੀਮੈਂਟ ਕਰੀਏ ਤੇ ਖੁਦ ਬਣਾਈਏ। ਜੇ ਕਿਸੇ ਚੀਜ਼ ਨੂੰ ਤੁਸੀਂ ਆਪਣੀ ਰਸੋਈ 'ਚ ਬਣਾ ਸਕਦੇ ਹੋ ਤੇ ਉਹ ਆਲਮੋਸਟ ਹੋਲ ਫੂਡ ਹੀ ਹੈ ਜੀ, ਅਨਲੈਸ ਜੇ ਤੁਹਾਨੂੰ ਉਹਦੇ ਲਈ ਸਾਇੰਸ ਲੈਬ, ਸੈਂਟਰੀਫਿਊਗ ਤੇ ਹੈਕਸੇਨ ਚਾਹੀਦੀ ਹੈ ਵੀ ਉਹਦੇ 'ਚੋਂ ਮੈਂ ਆਇਲ ਕੱਢਣਾ, ਫਿਰ ਉਹ ਹੋਲ ਫੂਡ ਨਹੀਂ ਹੈ। ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਥੈਂਕ ਯੂ ਵਿਜੇ।